ਤੁਹਾਡੇ ਘਰਾਂ ਚੋਂ ਪਾਈ ਪਾਈ ਚੂਸ ਕੇ ਵੱਡੇ ਕਾਰਪੋਰੇਟ ਬਣਾਉਂਦੇ ਨੇ ਆਪਣੇ ਮਹਿਲ। ਅਸੀਂ ਹਾਂ ਮੁੰਬਈ 'ਚ ਤੇ ਇਹ ਹੈ ਈਸ਼ਾ ਅੰਬਾਨੀ ਦਾ ਉਹ ਘਰ ਜੋ ਉਸ ਨੂੰ ਦਾਜ ਦੇ ਵਿੱਚ ਮਿਲਿਆ ਸੀ। ਇੱਕ ਪਾਸੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ, ਦੂਜੇ ਪਾਸੇ ਸਮੁੰਦਰ ਦੇ ਸਾਹਮਣੇ 500 ਕਰੋੜ ਦਾ ਇਹ ਆਲੀਸ਼ਾਨ ਘਰ। ਸਾਡੀਆਂ ਵੱਟਾਂ ਤੇ ਪੈਰ ਧਰ ਕੇ ਕਾਰਪੋਰੇਟ ਬਣਾਉਣਾ ਚਾਹੁੰਦਾ ਐਸੇ ਮਹਿਲ। ਇਹ ਲੜਾਈ ਜ਼ਮੀਰ ਦੀ ਹੈ, ਕਾਰਪੋਰੇਟ ਦੇ ਹੱਥੋਂ ਜ਼ਮੀਨ ਦੀ ਹੈ। ਇਹ ਲੜਾਈ ਕਿਸਾਨ ਦੀ ਹੈ ਜੋ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਅਸੀਂ ਇਸ ਵੇਲੇ ਮੁੰਬਈ ਦੇ ਵਿੱਚ ਮੌਜੂਦ ਹਾਂ, ਦੇਸ਼ ਦੀ ਫਾਈਨੈਂਸ਼ੀਅਲ ਕੈਪੀਟਲ ਮੁੰਬਈ, ਜਿੱਥੇ ਕਾਰਪੋਰੇਟ ਘਰਾਣਿਆਂ ਦੀਆਂ ਉੱਚੀਆਂ ਇਮਾਰਤਾਂ ਨੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਦੇ ਵੱਲ ਨਿਗਾਹ ਮਾਰਦੀਆਂ ਨੇ। ਉੱਚੀਆਂ ਖੜੀਆਂ ਹੋਈਆਂ ਇਮਾਰਤਾਂ ਸ਼ਹੀਦ ਹੋਏ ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਆਪਣਾ ਕਾਰਪੋਰੇਟ ਕਲਚਰ ਅੱਗੇ ਵਧਾਉਂਦੀਆਂ ਨੇ। ਮੇਰੇ ਸੱਜੇ ਹੱਥ ਬਾਂਦਰਾ ਵਰਲੀ ਸੀ ਲਿੰਕ ਹੈ। ਇਸ ਸੀ ਲਿੰਕ ਦੀ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਣੇ ਪੁਲ ਔਰ ਇਹ ਸਮੁੰਦਰ ਦੇ ਸਾਹਮਣੇ ਬਿਲਕੁਲ ਜਿਸ ਨੂੰ ਸੀ ਫੇਸਿੰਗ ਘਰ ਕਹਿੰਦੇ ਨੇ, ਇਹ ਉੱਚੀਆਂ ਇਮਾਰਤਾਂ ਬੰਬੇ ਦੀਆਂ। ਪਰ ਇੱਥੇ ਕਿਉਂ ਖੜੇ ਹਾਂ? ਖਾਸ ਮਕਸਦ ਹੈ ਕਿ ਦਰਅਸਲ ਉਸ ਆਇਰਨੀ ਦੀ ਚਰਚਾ ਕਰਨ ਵਾਸਤੇ ਅਸੀਂ ਇਸ ਜਗ੍ਹਾ ਤੇ ਖੜੇ ਹਾਂ, ਕਿਉਂਕਿ ਹੁਣ ਜੋ ਕੈਮਰੇ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਹ ਦੇਸ਼ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਘਰ ਹੈ। ਮੁਕੇਸ਼ ਅੰਬਾਨੀ 450 ਕਰੋੜ ਦਾ ਇਹ ਘਰ ਆਪਣੀ ਧੀ ਨੂੰ ਦਾਜ ਦੇ ਵਿੱਚ ਦਿੰਦੇ ਹੈ, ਜੋ ਸਮੁੰਦਰ ਦੇ ਬਿਲਕੁਲ ਸਾਹਮਣੇ ਹੈ। ਇਸ ਦੀ ਚਰਚਾ ਕਿਉਂ ਕਰ ਰਹੇ ਹਾਂ? ਇਸ ਦੀ ਚਰਚਾ ਕਰ ਰਹੇ ਹਾਂ ਤਾਂ ਕਿ ਇਹ ਆਵਾਜ਼ ਸਭ ਤੱਕ ਪਹੁੰਚੇ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਕਿਸਾਨ, ਦਿੱਲੀ ਦੀਆਂ ਬਰੂਹਾਂ ਤੇ ਬਾਰਡਰਾਂ ਦੇ ਉੱਤੇ ਬੈਠਾ ਕਿਸਾਨ 260 ਦਿਨ ਤੋਂ ਵੱਧ ਆਪਣੇ ਹੱਕਾਂ ਖਾਤਰ ਉੱਥੇ ਬੈਠਾ ਹੈ, ਜਿਸ ਦੀ ਕੋਈ ਸੁਣਵਾਈ ਨਹੀਂ ਹੈ। ਲੋਕਤੰਤਰ ਦੇ ਵਿੱਚ ਜਿੱਥੇ ਸਭ ਦੀ ਆਵਾਜ਼, ਆਵਾਮ ਦੀ ਆਵਾਜ਼ ਸਭ ਤੋਂ ਉੱਚੀ ਹੋਣੀ ਚਾਹੀਦੀ ਹੈ, ਉੱਥੇ ਇਹਨਾਂ ਅਮੀਰ ਘਰਾਣਿਆਂ ਦੇ ਇਹ ਘਰ ਸਾਨੂੰ ਵੰਗਾਰਦੇ ਨੇ, ਸਾਨੂੰ ਚੈਲੰਜ ਕਰਦੇ ਨੇ। ਦਾਜ ਦੇ ਵਿੱਚ ਦਿੱਤੇ ਹੋਏ 450 ਕਰੋੜ ਦੇ ਘਰ ਇਹ ਦੱਸਦੇ ਨੇ ਕਿ ਦਰਅਸਲ ਅੱਧੇ ਕਿੱਲੇ ਦਾ ਮਾਲਕ, 1 ਕਿੱਲੇ ਦਾ ਮਾਲਕ ਜੋ ਆਪਣੀ ਜ਼ਮੀਨ ਖਾਤਰ ਦਿਨ ਰਾਤ ਲੜਾਈ ਲੜ ਰਿਹਾ ਹੈ, ਜਿਸ ਦਾ ਪੁੱਤ ਕੋਈ ਸ਼ਹੀਦ ਹੋਇਆ, ਜੋ ਇੱਕ ਮਾਂ ਆਪਣੇ ਇਕਲੌਤੇ ਪੁੱਤ ਦੇ ਸਿਵੇ ਬਾਲਣ ਤੋਂ ਬਾਅਦ ਠੰਡੇ ਵੀ ਨਹੀਂ ਹੋਏ ਸੀ, ਉਹ ਵਾਪਸ ਬਾਰਡਰਾਂ ਦੇ ਉੱਤੇ ਪਹੁੰਚ ਜਾਂਦੀ ਹੈ। ਇੱਕ ਸ਼ਖਸ ਜਿਸ ਦੇ ਘਰ ਪੁੱਤਰ ਪੈਦਾ ਹੁੰਦਾ ਹੈ, ਉਸ ਨੂੰ ਦੇਖਣ ਤੱਕ ਨਹੀਂ ਜਾਂਦਾ, ਜਿਸ ਦਾ ਨਾਂ ਅੰਦੋਲਨ ਸਿੰਘ ਰੱਖ ਦਿੰਦਾ ਹੈ। ਦਿਨ ਰਾਤ ਇੱਕ ਦਿਨ ਉੱਥੇ ਕੱਟਣ ਵਾਲੇ ਕਿਸਾਨ ਮੀਂਹ, ਹਨੇਰੀ, ਠੰਡ, ਸਰਦ ਗਰਮ ਰਾਤਾਂ ਉੱਥੇ ਕੱਟ ਰਹੇ ਨੇ, ਜਿਨ੍ਹਾਂ ਦੀ ਸੁਣਵਾਈ ਲੋਕਤੰਤਰ ਦੇ ਮੰਦਰ ਕਹੇ ਜਾਣ ਵਾਲੇ ਸੰਸਦ ਦੇ ਵਿੱਚ ਵੀ ਨਹੀਂ ਹੁੰਦੀ, ਜਿੱਥੇ ਚਰਚਾ ਤੱਕ ਨਹੀਂ ਹੁੰਦੀ। ਇਹ ਬਿਲਡਿੰਗਾਂ ਚੈਲੰਜ ਨੇ ਦੇਸ਼ ਦੀ ਡੈਮੋਕ੍ਰੇਸੀ ਵਾਸਤੇ ਕਿ ਕਾਰਪੋਰੇਟ ਕਿਵੇਂ ਅੱਗੇ ਵੱਧਦਾ ਹੈ। ਕਾਰਪੋਰੇਟ ਆਪਣੇ ਬੱਚਿਆਂ ਨੂੰ 400-400, 500 ਕਰੋੜ ਦੇ ਇਸ ਤਰ੍ਹਾਂ ਦੇ ਬੰਗਲੇ ਗਿਫਟ ਕਰਦਾ ਹੈ, ਜੋ ਸਮੁੰਦਰਾਂ ਦੇ ਸਾਹਮਣੇ ਨੇ, ਜਿਨ੍ਹਾਂ ਦੀ ਸਵੇਰ ਉੱਠ ਕੇ ਚਾਹ ਦਾ ਕੱਪ ਸਮੁੰਦਰ ਦੀਆਂ ਲਹਿਰਾਂ ਦੇਖਦਿਆਂ ਹੁੰਦੀ ਹੈ। ਤੇ ਕਿਸਾਨ ਕਰਜ਼ੇ ਦਾ ਮਾਰਿਆ ਹੋਇਆ ਇਹ ਸੋਚਦਾ ਹੈ ਕਿ ਜੇ ਅੱਜ ਟਰੈਕਟਰ ਦੀ ਕਿਸ਼ਤ ਲੈਣ ਵਾਲਾ ਮੇਰੇ ਘਰ ਆਊਗਾ ਤਾਂ ਮੈਂ ਕਿੱਥੋਂ ਕਿਸੇ ਤੋਂ 2 ਪੈਸੇ ਮੰਗ ਕੇ ਬੈਂਕ ਵਾਲਿਆਂ ਦੀ ਕਿਸ਼ਤ ਮੋੜਨ ਦਾ ਵਸੀਲਾ ਕਰੂੰਗਾ, ਜਾਂ मैं सल्फास ले लूँगा या फिर फाहा ले लूँगा
ਇਸ ਬਾਰੇ ਕਿਸਾਨ ਸੋਚਦਾ ਹੈ। ਬੰਬਈ ਸ਼ਹਿਰ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇੱਥੇ ਜਦੋਂ ਤੁਸੀਂ ਖੜਦੇ ਹੋ ਇਹਨਾਂ ਬੰਗਲਿਆਂ ਦੇ ਸਾਹਮਣੇ, ਜੋ ਇਹ ਅਮੀਰ ਲੋਕਾਂ ਦੇ, ਖਾਸ ਤੌਰ ਤੇ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਜਿਸ ਦੀ ਅੱਜ ਚਰਚਾ ਕਿਸਾਨ ਅੰਦੋਲਨ ਤੋਂ ਜਾਂ ਅੰਬਾਨੀ ਦੀ ਜਾਂ ਅੰਡਾਨੀ ਦੀ, ਕਿ ਆਖਰ ਇਹ ਸਾਡੀਆਂ ਜ਼ਮੀਨਾਂ ਇੱਕ ਦਿਨ ਖੋਹ ਲੈਣਗੇ। 500 ਕਰੋੜ ਦੇ ਇਹ ਬੰਗਲੇ, ਔਰ ਇੱਕ ਪਾਸੇ ਸਾਡੀ ਜ਼ਮੀਨ ਜਿਸ ਦਾ ਸ਼ਬਦਾਂ ਦੇ ਵਿੱਚ ਕੋਈ ਮੁੱਲ ਨਹੀਂ ਹੈ, ਔਰ ਆਰਥਿਕਤਾ ਦੇ ਵਿੱਚ ਅਸੀਂ ਉਸ ਦਾ ਮੁੱਲ ਪਾ ਹੀ ਨਹੀਂ ਸਕਦੇ, ਕਿਉਂਕਿ ਸਾਡੀ ਖੂਨ ਤੇ ਪਸੀਨਾ ਉਸ ਮਿੱਟੀ ਦੇ ਵਿੱਚ ਰਲਿਆ ਹੁੰਦਾ ਹੈ। ਇਹਨਾਂ ਉੱਚੀਆਂ ਇਮਾਰਤਾਂ ਦੇ ਨਾਲ ਅੰਬਾਨੀ ਦੀ ਧੀ ਦੀ ਇਹ ਇਮਾਰਤ ਇਸ ਕਰਕੇ ਅੱਜ ਦਿਖਾ ਰਹੇ ਹਾਂ ਕਿਉਂਕਿ ਇਹ ਆਵਾਜ਼ ਅੰਬਾਨੀਆਂ ਤੱਕ, ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਹਰ ਉਸ ਸ਼ਖਸ ਤੱਕ ਜਾਣੀ ਚਾਹੀਦੀ ਹੈ ਕਿ ਦਰਅਸਲ ਇਹ ਕਾਰਪੋਰੇਟ ਕਲਚਰ ਦੀ ਵੰਗਾਰ ਹੈ ਸਾਨੂੰ, ਕਿ ਜਦੋਂ ਮਖਮਲੀ ਚਾਦਰਾਂ ਦੇ ਉੱਤੇ ਸੌਣ ਵਾਲੇ ਲੋਕ, ਗੱਦਿਆਂ ਦੇ ਉੱਤੇ ਸੌਣ ਵਾਲੇ ਲੋਕ, ਜਿਨ੍ਹਾਂ ਦੇ ਘਰਾਂ ਦੇ ਉੱਤੇ ਹੈਲੀਪੈਡ ਨੇ, ਔਰ ਦੂਜੇ ਪਾਸੇ ਸੜਕਾਂ ਤੇ ਬੈਠਾ ਹੋਇਆ ਹੋਇਆ ਕਿਸਾਨ ਜੋ ਦਿਨ ਰਾਤ ਆਪਣੇ ਹੱਕਾਂ ਖਾਤਰ ਉੱਥੇ ਬੈਠ ਕੇ ਸਿਰਫ ਇੱਕ ਮੰਗ ਕਰ ਰਿਹਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਅਸੀਂ ਲੜੇ ਸੀ, ਅਸੀਂ ਤੁਹਾਡੇ ਵਾਸਤੇ ਲੜੇ ਸੀ, ਅਸੀਂ ਆਪਦੀਆਂ ਜ਼ਮੀਨਾਂ ਬਚਾਉਣ ਖਾਤਰ ਲੜੇ ਸੀਗੇ। ਦਿੱਲੀ ਦੇ ਬਾਰਡਰ ਦੀ ਤਸਵੀਰ ਔਰ ਇੱਕ ਪਾਸੇ ਇਹ ਤਸਵੀਰ, ਮੈਂ ਕਹਿਣਾ ਕਿ ਕੈਮਰਾਮੈਨ ਇੱਕ ਵਾਰ ਜ਼ਰੂਰ ਇਹ ਤਸਵੀਰ ਦਿਖਾਉਣ ਤਾਂ ਜੋ ਇਸ ਗੱਲ ਦਾ ਅਹਿਸਾਸ ਹੋਵੇ ਕਿ ਕਿਸੇ ਨੂੰ ਕਿਸੇ ਦੇ ਅਮੀਰ ਹੋਣ ਨਾਲ ਦਿੱਕਤ ਨਹੀਂ ਹੈ, ਕਾਰਪੋਰੇਟ ਕਲਚਰ ਦੇ ਨਾਲ ਵੀ ਦਿੱਕਤ ਨਹੀਂ ਹੈ, ਪਰ ਜਦੋਂ ਗਰੀਬ ਦੇ ਵੱਟਾਂ ਦੇ ਉੱਤੇ ਪੈਰ ਧਰ ਕੇ ਕੋਈ ਆਪਣੇ ਮਹਿਲ ਖੜੇ ਕਰੂਗਾ ਤਾਂ ਫਿਰ ਜ਼ਮੀਰਾਂ ਜਾਗਣਗੀਆਂ, ਫਿਰ ਦਿੱਲੀ ਚੈਲੰਜ ਹੁੰਦੀ ਹੈ, ਫਿਰ ਬਾਰਡਰ ਘਿਰਦੇ ਨੇ। ਇਹ ਉਦੋਂ ਘਿਰਦੇ ਹੈ ਜਦੋਂ ਇਹਨਾਂ ਇਮਾਰਤਾਂ ਨੂੰ ਬਣਾਉਣ ਵਾਸਤੇ, ਇਹਨਾਂ ਇਮਾਰਤਾਂ ਦੇ ਵਿੱਚ ਰਹਿਣ ਵਾਸਤੇ, ਇਹਨਾਂ ਇਮਾਰਤਾਂ ਨੂੰ ਜੋ ਸਮੁੰਦਰਾਂ ਦੇ ਸਾਹਮਣੇ ਨੇ ਖੜੀਆਂ ਕਰਨ ਵਾਸਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਪਲੈਨਿੰਗਾਂ ਹੁੰਦੀਆਂ, ਔਰ ਜਦੋਂ ਸੱਤਾ ਧਿਰ ਰਲ ਕੇ ਪਾਲਿਸੀਆਂ ਲੈ ਕੇ ਆਉਂਦੀ ਹੈ ਜੋ ਇਹਨਾਂ ਦੇ ਨਾਲ ਰਲ ਕੇ ਆਮ ਬੰਦੇ ਦੇ ਜੀਵਨ ਦੇ ਵਿੱਚੋਂ ਛੋਟੀ ਛੋਟੀ ਬੋਟੀ ਵੀ ਨੋਚ ਲਈ ਜਾਂਦੀ ਹੈ। ਇਹ ਇਮਾਰਤਾਂ ਉਦੋਂ ਖੜੀਆਂ ਹੁੰਦੀਆਂ ਤਾਂ ਇਸ ਨੂੰ ਚੈਲੰਜ ਕਰਨ ਵਾਸਤੇ, ਵੰਗਾਰਨ ਵਾਸਤੇ ਕੌਮਾਂ ਖੜਦੀਆਂ ਨੇ। ਅੱਜ ਉਹੀ ਮੰਜ਼ਰ ਹੈ, ਇੱਕ ਪਾਸੇ ਬੰਬੇ ਦਾ ਈਸ਼ਾ ਅੰਬਾਨੀ ਦਾ ਇਹ ਘਰ ਜੋ ਤਸਵੀਰ ਤੁਹਾਨੂੰ ਦਿਖਾਈ ਹੈ, ਔਰ ਦੂਜੇ ਪਾਸੇ ਦਿੱਲੀ ਦੀ ਬਰੂਹਾਂ ਤੇ ਬੈਠਾ ਉਹ ਕਿਸਾਨ। ਇਹ ਦੇਸ਼ ਫੈਸਲਾ ਕਰੂਗਾ ਕਿ ਆਖਰ ਕਾਰਪੋਰੇਟ ਕਲਚਰ ਜਦੋਂ ਆਪਣੀਆਂ ਇਹ ਬਿਲਡਿੰਗਾਂ ਖੜੀਆਂ ਕਰਨ ਵਾਸਤੇ ਕਿਸਾਨ ਦਾ ਗੋਡਾ, ਕਿਸਾਨ ਦੀ ਧੌਣ ਨੱਪਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਖਰ ਜਿੱਤ ਕਿਸ ਦੀ ਹੋਊਗੀ ਇਹ ਮੁਲਕ ਨੇ ਤੈਅ ਕਰਨਾ ਹੈ, ਕਿਸਾਨ ਨੇ ਤੈਅ ਕਰਨਾ ਹੈ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ ਏਅਰ, ਮੁੰਬਈ।